बादल, सैनी, सुखबीर, राम रहीम साडी तफ्तीश के उत्ते क्यों रोक लाई है। इंडियन प्रेस ने मेरा बॉयकॉट करके रखे है। बेशक ट्रिब्यून होवे, इंडियन एक्सप्रेस होवे, टाइम्स ऑफ इंडिया होवे, हिंदुस्तान टाइम्स होवे, UN होवे, PTI होवे, मैनू वजह नहीं दसी इंडियन प्रेस ने कि मेरा इन्ने साल बॉयकॉट क्यों किया है। जिहड़ी इंडियन प्रेस है, जे ये फ्री ते आज़ाद ना रही तो फिर इहदा फायदा किसी नूं होना नहीं। बाहर दियां जिन्नियां भी खबरां दियां एजेंसीज़ है, उन्होंने इंडियन प्रेस के उत्ते एतबार नहीं करना। ते जे सिखां दे मसले हैगे है गुरु ग्रंथ साहब दे, वो भी जिहड़ी तफ्तीश हो रही सी 2015 दे विच 328 मार्च के स्वरूप SGPC ने बेचते है, गुम करते है, अजे तक सानू कोई पता नहीं लग्या। धार्मिक ग्रंथां की बेअदबी दी हो रही सी, उहदे उत्ते ये 3 हाई कोर्ट जजां ने रोक लाई हुई है। असी हैरान हाँ कि हाई कोर्ट ने अपने बंदे बचाउण दे लई बादल, सैनी, सुखबीर, राम रहीम साडी तफ्तीश के उत्ते क्यों रोक लाई है। बरसी के उत्ते बहुत वड्डा उदम किया है, जिहड़ा कि एड्डी वड्डी मीटिंग सारी कौम के मैंबरां की बुलाई है। जो कुछ घट गिनती जिहड़े लोग इंडिया दे विच रहिंदे है, उन्हां नाल हो रहा है। मेरे लिए स्पेशली अज बड़ा कर्मां वाला दिन है, क्यों करके 2004 तो बाद अज तक इंडियन प्रेस ने मेरा बॉयकॉट करके रखे है। बेशक ट्रिब्यून होवे, इंडियन एक्सप्रेस होवे, टाइम्स ऑफ इंडिया होवे, हिंदुस्तान टाइम्स होवे, UN होवे, PTI होवे, मैनू वजह नहीं दसी इंडियन प्रेस ने कि मेरा इन्ने साल बॉयकॉट क्यों किया है। क्यों करके साडी पार्टी है जिहड़ी एक माइनॉरिटी नूं रिप्रजेंट ते नुमाइंदगी करती है। कि इस मुल्क दे विच राष्ट्रवाद, हिंदुत्वा वध गया है कि असी जिहड़े घट गिनती के लोग हैं, असी प्रेस दे योग नहीं है। ये सारा कुछ क्लीयर करना पऊगा, क्यों करके जिहड़ी इंडियन प्रेस है, जे ये फ्री ते आज़ाद ना रही तो फिर इहदा फायदा किसी नूं होना नहीं। बाहर दियां जिन्नियां भी खबरां दियां एजेंसीज़ है, उन्होंने इंडियन प्रेस के उत्ते एतबार नहीं करना। अज साडी मीटिंग दे विच जिहड़ी इंडिया दे विच कहंदे है रिलीजियस फ्रीडम है ते ह्यूमन राइट्स है, ਉਹਦੇ ਤੇ ਗੱਲਾਂ ਹੋਈਆਂ। ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਘੱਟ ਗਿਣਤੀਆਂ ਦੇ ਲਈ ਧਾਰਮਿਕ ਆਜ਼ਾਦੀ ਇੱਥੇ ਖਤਮ ਹੋ ਗਈ ਹੈ। ਤੇ ਜੇ ਸਿੱਖਾਂ ਦੇ ਮਸਲੇ ਹੈਗੇ ਹੈ ਗੁਰੂ ਗ੍ਰੰਥ ਸਾਹਿਬ ਦੇ, ਉਹ ਵੀ ਜਿਹੜੀ ਤਫਤੀਸ਼ ਹੋ ਰਹੀ ਸੀ 2015 ਦੇ ਵਿੱਚ 328 ਮਾਰਚ ਦੇ ਸਰੂਪ SGPC ने बेचते है, गुम करते है, अजे तक सानू कोई पता नहीं लग्या।
ਤੇ ਜਿਹੜੇ ਹਾਈ ਕੋਰਟ ਦੇ ਜੱਜ ਹੈ ਸ਼ੇਖਵਾਤ, ਸਾਗਵਾਨ, ਬਜਾਜ, ਜਿਹੜੀ ਤਫਤੀਸ਼ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਹੋ ਰਹੀ ਸੀ ਉਹਦੇ ਉੱਤੇ ਇਹ 3 ਹਾਈ ਕੋਰਟ ਜੱਜਾਂ ਨੇ ਰੋਕ ਲਾਈ ਹੋਈ ਹੈ। ਅਸੀਂ ਹੈਰਾਨ ਹਾਂ ਕਿ ਹਾਈ ਕੋਰਟ ਨੇ ਆਪਣੇ ਬੰਦੇ ਬਚਾਉਣ ਦੇ ਲਈ ਬਾਦਲ, ਸੈਣੀ, ਸੁਖਬੀਰ, ਰਾਮ ਰਹੀਮ ਸਾਡੀ ਤਫਤੀਸ਼ ਦੇ ਉੱਤੇ ਕਿਉਂ ਰੋਕ ਲਾਈ ਹੈ। ਉਹਨਾਂ ਨੇ ਉਲੰਘਣਾ ਜੱਜਾਂ ਨੇ ਕੀਤੀ ਹੈ ਆਰਟੀਕਲ 25 ਦੀ, ਜਿਹੜੀ ਆਜ਼ਾਦੀ ਦਿੰਦੀ ਹੈ ਧਾਰਮਿਕ, ਤੇ ਉਹ ਜੱਜਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅੱਜ ਤੁਹਾਡਾ ਨਾਂ ਘੱਟ ਗਿਣਤੀਆਂ ਦੇ ਵਿੱਚ ਬਿਲਕੁਲ ਬਦਨਾਮ ਹੋਇਆ। ਮੁਸਲਮਾਨਾਂ ਦੀ ਗੱਲ ਕਰੀਏ, ਹਜਾਬ ਦੀ ਉਹਨਾਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਜਿੱਥੇ ਹਜਾਬ ਦੇ ਉੱਤੇ ਪਾਬੰਦੀ ਲੱਗੀ ਹੈ ਉੱਥੇ ਸਿੱਖਾਂ ਦੀਆਂ ਬੀਬੀਆਂ ਦੇ ਉੱਤੇ ਜਿਹੜਾ ਉਹ ਪਟਕਾ ਪਾਉਂਦੀ ਹੈ, ਕੇਸਕੀ ਪਾਉਂਦੀ ਹੈ, ਉਹਦੇ ਉੱਤੇ ਵੀ ਰੋਕ ਲੱਗ ਗਈ ਹੈ। ਤੇ 8 ਮਹੀਨਿਆਂ ਦੇ ਲਈ ਜਿਹੜੀ ਸਭ ਤੋਂ ਵੱਡੀ ਮਸੀਤ ਹੈ ਸ੍ਰੀਨਗਰ ਦੀ ਹਜ਼ਰਤ ਬਲ, ਉੱਥੇ ਜੁਮੇ ਦੀ ਨਮਾਜ਼ ਨਹੀਂ ਪੜ੍ਹਨ ਦਿੱਤੀ। ਇਹ ਸਾਰੀਆਂ ਚੀਜ਼ਾਂ ਜਿਹੜੀ ਧਾਰਮਿਕ ਆਜ਼ਾਦੀ ਖਤਮ ਕਰਤੀ ਹੈ, ਘੱਟ ਗਿਣਤੀਆਂ ਦੇ ਹਿਊਮਨ ਰਾਈਟਸ ਖਤਮ ਕਰਤੇ ਹੈ। ਤੇ ਜਦੋਂ ਮੋਦੀ ਸਰਕਾਰ ਦਾ ਰਿਸ਼ਤਾ ਰੂਸ ਦੇ ਨਾਲ ਇੱਡਾ ਵਧੀਆ, ਫਿਰ ਇੰਡੀਆ ਦੀ ਇੰਟੈਲੀਜੈਂਸ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਨਾ। ਜੇ ਇੰਟੈਲੀਜੈਂਸ ਏਜੰਸੀਆਂ ਨੇ ਮੋਦੀ ਨੂੰ ਨਹੀਂ ਦੱਸਿਆ, ਇਸ ਕਰਕੇ ਸਾਡੇ ਉੱਥੇ ਡਾਕਟਰ ਫਸੇ ਹੋਏ ਹੈ। ਇਹ ਪੂਰੀ ਅਣਗਹਿਲੀ ਹੈ ਮੋਦੀ ਸਰਕਾਰ, ਬੀਜੇਪੀ, ਆਰਐਸਐਸ ਦੀ। ਤੇ 1920 'ਚ ਜਦੋਂ ਚੀਨ ਨੇ ਲਦਾਖ ਦੇ ਉੱਤੇ ਹਮਲਾ ਕੀਤਾ ਉਦੋਂ ਵੀ ਨੇ ਤੇ ਇੰਟੈਲੀਜੈਂਸ ਬਿਊਰੋ ਤੇ ਮਿਲਟਰੀ ਇੰਟੈਲੀਜੈਂਸ ਨੇ ਆਪਣੀ ਸਰਕਾਰ ਨੂੰ ਅਗਾਊਂ ਖਬਰ ਨਹੀਂ ਦਿੱਤੀ ਕਿ ਚੀਨ ਲਦਾਖ ਦੇ ਉੱਤੇ ਹਮਲਾ ਕਰਨ ਵਾਲਾ ਹੈ। ਪਰ ਕਿਉਂ ਕਰਕੇ ਹਿੰਦੂਤਵਾ ਦਾ ਕਦੇ ਇਤਿਹਾਸ ਦੇ ਵਿੱਚ ਰਾਜ ਨਹੀਂ ਰਿਹਾ, ਇਸ ਕਰਕੇ ਇਹਨਾਂ ਨੂੰ ਹਕੂਮਤ ਕਰਨੀ ਨਹੀਂ ਆਉਂਦੀ। ਜਿਹੜਾ ਦਾ ਮੁਖੀ ਹੈ, ਆਈਬੀ ਦਾ ਮੁਖੀ ਹੈ, ਹੋਮ ਮਿਨਿਸਟਰੀ ਦਾ ਸੈਕਟਰੀ ਹੈ, ਜਿਨ੍ਹਾਂ ਨੇ ਇਤਲਾਹ ਅਗਾਊਂ ਸਰਕਾਰ ਨੂੰ ਨਹੀਂ ਦਿੱਤੀ, ਉਹਨਾਂ ਤਿੰਨਾਂ ਨੂੰ 2-2 ਸਾਲ ਉਹਨਾਂ ਦੀ ਨੌਕਰੀ ਦੇ ਵਿੱਚ ਵਾਧਾ ਕੀਤਾ ਗਿਆ। ਇਹ ਹਿੰਦੂਤਵਾ ਕਿਵੇਂ ਇਸ ਮੁਲਕ ਨੂੰ ਚਲਾਊਗੀ ਜਦੋਂ ਇਹ ਨਿਜ਼ਾਮ ਚਲਾ ਹੀ ਨਹੀਂ ਸਕਦੀ। ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਸਰਦਾਰ ਕੁਸ਼ਲਪਾਲ ਸਿੰਘ ਜੀ ਨੇ ਕੀਤੀ ਹੈ, ਅਸੀਂ ਬੜੇ ਰਿਣੀ ਹੈ ਕਿ ਹੁਣ ਇਲੈਕਸ਼ਨਾਂ ਦੇ ਰਿਜ਼ਲਟ ਨਿਕਲਣ ਵਾਲੇ ਹੈ। ਪਰ ਸਾਨੂੰ ਇਹ ਨਹੀਂ ਪਤਾ ਕਿ ਜਿਹੜੀਆਂ EVM ਮਸ਼ੀਨਾਂ ਹੈਗੀਆਂ ਇਹ ਸਾਡੇ ਮਸਲੇ ਦੇ ਵਿੱਚ ਅਸਲੀ ਗਿਣਤੀ ਦੇਣਗੀਆਂ ਕਿ ਨਹੀਂ ਦੇਣਗੀਆਂ। ਕਿਉਂ ਕਰਕੇ ਸਾਡਾ ਸਿੱਖਾਂ ਦਾ ਨੁਮਾਇੰਦਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਹੈ ਨਹੀਂਗਾ, ਨਾ ਸੁਪਰੀਮ ਕੋਰਟ ਦੇ ਵਿੱਚ ਹੈਗਾ, ਨਾ ਜਿੰਨੇ ਸੂਬਿਆਂ ਦੇ ਹਾਈ ਕੋਰਟ ਨੇ ਉੱਥੇ ਵੀ ਚੀਫ ਜਸਟਿਸ ਸਿੱਖ ਹੈ ਨਹੀਂਗਾ, ਕੋਈ ਗਵਰਨਰ ਸਿੱਖਾਂ ਦਾ ਨਹੀਂ ਹੈ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹੁਣ ਕਹੀਏ ਕਿ ਇਹ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਤਾਂ ਫਿਰ ਦਲੀਲ ਦੇ ਨਾਲ ਪ੍ਰੈਸ ਨੂੰ ਮੰਨਣਾ ਚਾਹੀਦਾ
कि खालिस्तान की मंग करनी बिल्कुल जायज़ है। हिंदू राष्ट्र दे नीचे ना मुसलमान, ना सिख, ना ईसाई, ना रंगरेटा सिख, ना कोई ट्राइबल बंदा रह सकता हैगा। सो ये लेजिटमाइज करता है कि जे हिंदू राष्ट्र है तो फिर खालिस्तान भी है। ਇਹਦੇ ਤੇ ਕਿਸੇ ਹਿੰਦੂ ਨੂੰ ਡਰਨ ਨਹੀਂ ਲੱਗਣ ਦੇਣਾ, ਕਿਉਂ ਕਰਕੇ ਜੇ ਅਸੀਂ ਸਿੱਖ 75 ਸਾਲ ਹਿੰਦੂਤਵਾ ਦੇ ਰਾਜ ਦੇ ਵਿੱਚ ਰਹੇ ਹਾਂ ਤੇ ਫਿਰ ਸਾਡੇ ਹਿੰਦੂ ਵੀਰ ਵੀ ਬੜੀ ਆਸਾਨੀ ਦੇ ਨਾਲ ਖਾਲਿਸਤਾਨ ਦੇ ਵਿੱਚ ਆਪਣੀ ਜ਼ਿੰਦਗੀ ਬਰਾਬਰ ਦੀ ਬਤੀਤ ਕਰ ਸਕਦੇ ਹੈ। ਸੋ ਅੱਜ ਤੋਂ ਇਹ ਪ੍ਰੋਪੇਗੈਂਡਾ ਖਾਲਿਸਤਾਨ ਦੇ ਵਿਰੁੱਧ ਖਤਮ ਹੋ ਜਾਣਾ ਚਾਹੀਦਾ ਹੈ, ਕਿਉਂ ਕਰਕੇ ਇੱਕ ਪਾਸੇ ਹਿੰਦੂ ਰਾਸ਼ਟਰ ਹੈ, ਦੂਜੇ ਪਾਸੇ ਸਿੱਖਾਂ ਨੂੰ ਆਪਣਾ ਰਾਸ਼ਟਰ ਚਾਹੀਦਾ ਹੈ। ਤੇ ਇਹਦਾ ਮਤਲਬ ਹੈ ਕਿ ਇਹ ਜਾਇਜ਼ ਡਿਮਾਂਡ ਅੱਜ ਆਪ ਹੀ ਹਿੰਦੂ ਰਾਸ਼ਟਰ ਨੇ ਕਰਤੀ ਹੈ ਤੇ ਇਹ ਸਾਰੀ ਗੱਲ ਅੱਜ ਇੱਥੇ ਹੋਈ ਹੈ। ਹੁਣ ਤੁਸੀਂ ਕੁਛ ਪੁੱਛ ਸਕਦੇ ਹੋ। ਮਾਨ ਸਾਹਿਬ, ਤੁਸੀਂ ਆਪਣੇ ਹਿੰਦੂ ਰਾਸ਼ਟਰ ਦੇ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੀ, ਤੇ ਰਿਲੀਜੀਅਸ ਫਰੀडम ਦੇ ਉੱਤੇ ਅੱਜ ਸਾਰੀ ਟਾਕ ਹੋਈ ਹੈ। ਤਾਂ ਤੁਸੀਂ ਕੀ ਦੇਖਦੇ ਹੋ ਜਦੋਂ ਤੁਸੀਂ ਹਿੰਦੂਆਂ ਦਾ ਹਵਾਲਾ ਦਿੱਤਾ ਹੈ, ਜਦੋਂ ਤੁਸੀਂ ਖਾਲਿਸਤਾਨ ਦਾ ਪੋਲੀਟੀਕਲ ਇੱਕ ਆਪਣਾ ਏਜੰਡਾ ਲੈ ਕੇ ਜਾਂਦੇ ਹੋ ਤਾਂ ਜਿਹੜੇ ਮੁਸਲਿਮ ਨੇ ਉਹ ਤੁਹਾਡੇ ਸਾਂਝੇ ਮੁਹਾਜ਼ ਦੇ ਵਿੱਚ ਕਿਵੇਂ ਸ਼ਾਮਲ? ਮਲੇਰਕੋਟਲੇ ਦੇ ਵਿੱਚ ਸਾਹਮਣੇ ਦੇਖ ਕੇ ਮਾਨ ਸਾਹਿਬ, ਮਲੇਰਕੋਟਲੇ ਦੇ ਵਿੱਚ ਜਿਹੜੇ ਨਵਾਬ ਸ਼ੇਰ ਖਾਨ ਸਾਹਿਬ ਸੀਗੇ, ਉਹਨਾਂ ਨੇ ਸੂਬੇ ਦੇ ਸਰਹੰਦ ਦੇ ਸੂਬੇ ਨੂੰ ਕਿਹਾ ਸੀਗਾ ਕਿ ਨੌਜਵਾਨ ਮਾਸੂਮ ਬੱਚਿਆਂ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦੀ ਕਿ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਨੀਹਾਂ ਦੇ ਵਿੱਚ ਚੁਣ ਦਿਓ। ਉਸ ਤੋਂ ਬਾਅਦ ਤੁਸੀਂ ਹਫੜਾ ਦਫੜੀ ਈਸਟ ਤੇ ਵੈਸਟ ਪੰਜਾਬ ਦੇ ਵਿੱਚ ਪਈ ਹੈ, ਪਰ ਕਿਸੇ ਵੀ ਮੁਸਲਮਾਨ ਦਾ ਵਾਲ ਜਿਹੜਾ ਮਲੇਰਕੋਟਲੇ ਦਾ ਰਾਜ ਸੀ ਉਹਦੇ ਵਿੱਚ ਵਿੰਗਾ ਨਹੀਂ ਹੋਣ ਦਿੱਤਾ। ਅਸੀਂ ਹਿੰਦੂਆਂ ਦੇ ਵੀ ਭਰਾ ਹੈ, ਮੁਸਲਮਾਨਾਂ ਦੇ ਵੀ ਭਰਾ ਹੈ, ਪਰ ਅਸੀਂ ਕਦੇ ਮੁਗਲ, ਅਫਗਾਨ, ਅੰਗਰੇਜ਼ ਤੇ ਹਿੰਦੂਤਵਾ ਦੇ ਰਾਜ ਦੇ ਥੱਲੇ ਨਾ ਅਸੀਂ ਰਹੇ ਹੈ, ਨਾ ਅਸੀਂ ਰਹਿਣਾ ਚਾਹੁੰਦੇ ਹਾਂ। ਮਾਨ ਸਾਹਿਬ, ਚੋਣ ਮਾਹੌਲ ਇਸ ਵਾਰੀ ਥੋੜਾ ਅਲੱਗ ਕਿਸਮ ਦਾ ਸੀ, 5-6 ਤਰ੍ਹਾਂ ਮੈਦਾਨ 'ਚ ਸੀ। ਇੱਕ ਇਹ ਚਰਚਾ ਹੁਣ ਤੱਕ ਕਿ ਬਦਲਾਅ ਦੇ ਨਾਂ 'ਤੇ ਲੋਕਾਂ ਨੇ ਵੋਟਾਂ ਪਾਈਆਂ ਨੇ, ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਿਹਦੀ ਸਰਕਾਰ ਬਣ ਸਕਦੀ? ਇਹ ਜਿਹੜੇ ਤੁਸੀਂ ਜਰਨਲਿਸਟ ਹੋ ਨਾ, ਇਹ ਜੜ ਤੱਕ ਤਾਂ ਤੁਹਾਡਾ ਕੰਮ ਹੈਗਾ, ਸਾਡਾ ਕੰਮ ਹੈ ਲੜਨਾ। ਅਸੀਂ ਲੜ ਲਏ ਹੈ। ਹੁਣ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਸਰਕਾਰ ਆਊਗੀ, ਤੇ ਜੇ ਬੀਜੇਪੀ ਤੇ ਉਹਨਾਂ ਦੇ ਨਾਲ ਦਿਆਂ ਦੀ ਸਰਕਾਰ ਨਾ ਆਈ ਤਾਂ ਫਿਰ ਸੈਂਟਰ ਸ਼ਾਇਦ ਇੱਥੇ ਪ੍ਰੈਜ਼ੀਡੈਂਟਸ ਰੂਲ ਕਰਦੇ, ਕਿਉਂ ਕਰਕੇ ਸਿੱਖਾਂ ਦੇ ਉੱਤੇ ਬੀਜੇਪੀ ਆਰਐਸਐਸ ਦਾ ਅਤਬਾਰ ਹੈ ਨਹੀਂਗਾ। ਤੁਹਾਡੀ ਗੱਲ ਠੀਕ ਹੈ, ਜਰਨਲਿਸਟ ਦਾ ਕੰਮ ਹੈ, ਪਰ ਜਿਹੜਾ ਲੜਦਾ ਉਹ ਵੀ ਸੋਚਦਾ ਹੁੰਦਾ ਕਿ ਅਸੀਂ ਕਿੱਥੇ ਖੜੇ। ਅਸੀਂ ਤਾਂ ਲੜਦੇ ਹਾਂ ਜੀ ਬਸ, ਬਾਕੀ ਰਿਜ਼ਲਟ ਤੁਸੀਂ ਕੱਢੋ ਹੁਣ ਕੱਟਾ ਕੱਟੀ। ਮੁੱਖ ਮੁੱਦਾ ਕੀ ਰਹੇਗਾ? ਹਾਂ ਹੈ ਵਿਧਾਨ ਸਭਾ ਦੇ ਵਿੱਚ ਮੁੱਖ ਮੁੱਦਾ ਕੀ ਹੋਵੇਗਾ? ਮੇਰਾ ਜਿਹੜੇ ਜਿੱਤ ਕੇ ਤੁਸੀਂ ਉੱਥੇ ਗਏ ਅਸੈਂਬਲੀ, ਮੈਂ ਦੱਸ ਰਿਹਾ, ਪੰਤਾਣੀ ਇੰਦਰਾ ਗਾਂਧੀ ਜੀ ਨੇ 60 ਸਾਲ ਪਹਿਲਾਂ ਅਨਾਉਂਸ ਕੀਤਾ ਸੀ ਕਿ ਅਸੀਂ ਰੋਟੀ ਕੱਪੜਾ ਮਕਾਨ ਦੇਵਾਂਗੇ। ਹੁਣ ਤੁਸੀਂ ਦੱਸੋ ਗਰੀਬਾਂ ਦੇ ਕੋਲੇ ਰੋਟੀ ਕੱਪੜਾ ਮਕਾਨ ਅਜੇ ਤੱਕ ਹੈਗਾ? ਜਿਹੜਾ ਕੁਛ ਮੈਂ ਦੇਖਿਆ ਹੈ, ਗਰੀਬ ਆਦਮੀ ਦੇ ਕੋਲੇ ਇੱਕ ਘਰ ਦੇ ਵਿੱਚ ਇੱਕ ਵੱਡਾ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਆਪ ਸੌਂਦੇ ਹੈ, ਉਹਨਾਂ ਦਾ ਮੁੰਡਾ ਤੇ ਨੂੰਹ ਉਸੇ ਕਮਰੇ 'ਚ ਸੌਂਦੀ ਹੈ, ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ 'ਚ ਸੌਂਦੇ ਹੈ। ਸਿਆਲਾਂ ਦੇ ਵਿੱਚ ਜੇ ਠੰਡ ਪੈ ਜੇ ਤਾਂ ਮੱਝ ਵੀ ਉਸੇ ਕਮਰੇ 'ਚ ਆਉਂਦੀ ਹੈ। ਹੁਣ ਤੁਸੀਂ ਦੱਸੋ ਕਿ ਜਿਹੜੇ ਵਾਅਦੇ ਹਿੰਦੂਤਵਾ ਇੰਦਰਾ ਗਾਂਧੀ ਨੇ ਕੀਤੇ ਹੈ, ਉਦੋਂ ਬਾਅਦ ਵੀ ਹਿੰਦੂਤਵਾ ਦਾ ਰਾਜ ਰਿਹਾ ਹੈ, ਕਿ ਇਹ ਗਰੀਬਾਂ ਦੀ ਮੰਗ ਅਜੇ ਤੱਕ ਪੂਰੀ ਕੀਤੀ ਹੈ ਕਿ ਨਹੀਂ?
ਇਹ ਸਭ ਤੋਂ ਵੱਡਾ ਵਿਸ਼ਾ ਜੇ ਮੈਂ ਅਸੈਂਬਲੀ 'ਚ ਗਿਆ, ਇਹ ਉੱਥੇ ਅਸੀਂ ਚੱਕਾਂਗੇ ਕਿ ਕਿਹੜੇ ਕਿਹੜੇ ਵਾਅਦੇ ਕਰਦੇ ਰਹੇ ਹੋ। ਤੇ ਅਜੇ ਤੱਕ ਇੰਦਰਾ ਗਾਂਧੀ ਜੀ, ਜਿਹਨੂੰ ਅਡਵਾਨੀ ਜੀ ਨੇ ਕਿਹਾ ਸੀਗਾ ਕਿ ਬਲੂ ਸਟਾਰ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ, ਤੇ ਵਾਜਪਾਈ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈਗੀ ਹੈ। ਫਿਰ ਦੁਰਗਾ ਮਾਤਾ ਦੀ ਗੱਲ ਅਜੇ ਤੱਕ ਆਪਾਂ ਨੇ ਕਿਉਂ ਨਹੀਂ ਅਪਣਾਈ? ਕਿਉਂ ਰੋਟੀ ਕੱਪੜਾ ਮਕਾਨ ਸਾਡੇ ਗਰੀਬਾਂ ਦੇ ਕੋਲੇ ਕਿਉਂ ਨਹੀਂ ਹੈ? ਮਾਨ ਸਾਹਿਬ, ਹੁਣੇ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਆ, ਭਾਵੇਂ ਉਹ ਖਾਲਿਸਤਾਨ ਦੇ ਨਾਂ ਦੇ ਹੇਠ ਹੋਵੇ। ਉਹਦੇ ਵਿੱਚ ਤੁਸੀਂ ਕਿਹਾ ਵੀ ਮੁਸਲਮਾਨ ਵੀ, ਹਿੰਦੂ ਵੀ, ਸਾਰੇ ਫਿਰਕੇ ਵੀ ਬਹੁਤ ਵਧੀਆ ਤਰੀਕੇ ਨਾਲ ਰਹਿਣਗੇ। ਇੱਕ ਐਗਜ਼ਾਮਪਲ ਵੀ ਹੈਗਾ, ਖਾਲਸੇ ਦੇ ਕੋਲ ਖਾਲਸਾ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀਗਾ। ਪਰ ਕਿਉਂ ਅੱਜ ਅਸੀਂ ਵੇਖ ਰਹੇ ਹਾਂ ਕਿ ਉਹ ਲੋਕਾਂ ਦੇ ਵਿੱਚ ਉਸ ਵਿਸ਼ਵਾਸ ਨਹੀਂ ਦਵਾ ਪਾਏ ਹੈਗੇ ਆ ਵੀ ਖਾਲਸਾ ਰਾਜ ਜੇ ਆਊਗਾ ਤਾਂ ਸਾਰੇ ਫਿਰਕੇ ਜਿਹੜੇ ਹੈਗੇ ਆ ਉਹ ਪ੍ਰਫੁੱਲਤ ਹੋਣਗੇ, ਜਦਕਿ ਸਾਡੇ ਕੋਲ ਤਾਂ ਐਗਜ਼ਾਮਪਲ ਵੀ ਹੈਗਾ ਖਾਲਸਾ ਰਾਜ ਦਾ। ਸਰ ਸਾਹਿਬ, ਜਿਹੜੇ ਰਾਜ ਕਰਨ ਵਾਲੇ ਹੁੰਦੇ ਹੈ ਉਹ ਆਪਣਾ ਰਾਜ ਕਦੇ ਤੋੜਨ ਦੇ ਹੱਕ 'ਚ ਨਹੀਂ ਹੁੰਦੇ। ਇਹ ਹਿਸਟਰੀ ਹੈ ਕਿ ਜਿਹੜਾ ਰਾਜ ਹੁੰਦਾ ਹੈ ਉਸ ਨੂੰ ਦਬਾਉਂਦੇ ਹੈ, ਮਾਰਦੇ ਹੈ, ਕਰਦੇ ਹੈ, ਟੁੱਟਣ ਨਹੀਂ ਦਿੰਦੇ। ਤੇ ਫਿਰ ਸਾਡੇ ਹਿੰਦੂ ਭਰਾ ਕਿਵੇਂ ਸਾਡੇ ਨਾਲ ਸਹਿਮਤ ਹੋ ਜਾਣਗੇ? ਤੁਸੀਂ ਆਪ ਦੱਸੋ, ਤੁਸੀਂ ਆਪ ਦੱਸੋ ਕਿਵੇਂ ਸਹਿਮਤ ਹੋਣਗੇ? ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਕਿ ਵਿਸ਼ਵਾਸ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਇਮੇਜ ਸੀਗੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਘਾਟ ਹੈਗੀ ਕਿ ਇੱਕ ਆਗੂ ਜਿਹਨੂੰ ਵੇਖਦੇ ਕਿ ਅੱਗੇ ਸਾਹਮਣੇ ਨਜ਼ਰ ਨਹੀਂ ਆਉਂਦਾ? ਜਦ ਦਾ ਹਿੰਦੂ ਨੂੰ ਰਾਜ 1947 ਤੋਂ ਮਿਲਿਆ ਹੈ, ਇਹ ਘੱਟ ਗਿਣਤੀ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਇਹ ਕਹਿੰਦਾ ਕਿ ਘੱਟ ਗਿਣਤੀ ਮੇਰੇ ਨਾਲ ਚੱਲੇ। ਜਦੋਂ ਇਹੋ ਜਿਹਾ ਰਵੱਈਆ ਰਾਜ ਕਰਨ ਵਾਲੀ ਕੌਮ ਦੇ ਵਿੱਚ ਹੋ ਜੇ ਤਾਂ ਫਿਰ ਘੱਟ ਗਿਣਤੀ ਵੱਧ ਗਿਣਤੀ ਦੇ ਨਾਲ ਨਹੀਂ ਰਹਿ ਸਕਦੀ। ਮੈਂ ਤੁਹਾਨੂੰ ਦੱਸਿਆ, ਨਾ ਸੁਪਰੀਮ ਕੋਰਟ, ਨਾ ਮੋਦੀ ਦੀ ਕੈਬਨਿਟ, ਨਾ ਕਿਸੇ ਸੂਬੇ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਦਾ ਨਿਸ਼ਾਨ ਨਹੀਂ ਰਿਹਾ। ਮਾਨ ਸਾਹਿਬ, ਅਮਰਗੜ੍ਹ ਦੇ ਲੋਕਾਂ ਦੀ ਆਵਾਜ਼ ਹੈ ਕਿ ਤੁਸੀਂ ਐਮਐਲਏ ਬਣ ਕੇ ਅਸੈਂਬਲੀ 'ਚ ਜਾ ਰਹੇ ਹੋ ਪੰਜਾਬ 'ਚ। ਜਿਵੇਂ 1999 ਦੇ ਵਿੱਚ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਸੀ, ਉੱਥੇ ਤੁਸੀਂ ਕਿਰਪਾਨ ਦਾ ਮੁੱਦਾ ਰੱਖ ਦਿੱਤਾ ਸੀ। ਕੀ ਅਸੈਂਬਲੀ 'ਚ ਵੀ ਅੱਜ ਜਾਣ ਤੋਂ ਬਾਅਦ, ਕਸਮ ਲੈਣ ਤੋਂ ਬਾਅਦ, ਕਸਮ ਲੈਣ ਤੋਂ ਪਹਿਲਾਂ ਆਪਣੀ ਕਿਰਪਾਨ ਦਾ ਮੁੱਦਾ ਇੱਥੇ ਵੀ ਰੱਖੋ? ਪੰਡਤ ਜੀ, ਵੱਧ ਗਿਣਤੀ ਹਿੰਦੂ ਜੇ ਮੈਨੂੰ ਕਹੂਗਾ ਕਿ ਸਿਮਰਨਜੀਤ ਸਿੰਘ ਮਾਨ ਤੂੰ ਸਿੱਖ ਹੈ, ਕੌਨਸਟੀਟਿਊਸ਼ਨ ਦੀ ਆਰਟੀਕਲ 25 ਕਹਿੰਦੀ ਹੈ ਕਿ ਇਹ ਸਿੱਖ ਕੈਨ wear his kirpan and carry his kirpan, फिर मैं लेके जाऊंगा। पर जे हिंदू कौम मैनू नहीं ऑफर करूगी, मैं हिंदू कौम की जलालत झल्लण दे लई तैयार नहीं होऊंगा। ਇਹ ਤਾਂ ਤੁਸੀਂ ਕੌਮ ਦੀ ਗੱਲ ਕੀਤੀ, ਤੁਸੀਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਜਾਓਗੇ। ਮੇਰਾ ਸਵਾਲ ਇਹ ਹੈ, ਪਹਿਲਾਂ ਵੀ ਮੈਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਗਿਆ ਸੀ ਤੇ ਮੈਨੂੰ ਪਾਰਲੀਮੈਂਟ ਦੇ ਵਿੱਚ ਵੜਨ ਨਹੀਂ ਸੀ ਦਿੱਤਾ। ਉਹਦੇ ਵਿੱਚ ਤਾਂ ਮੇਜਰਮੈਂਟ ਸੀ ਕਿਰਪਾਨ ਦਾ, ਤੁਸੀਂ ਕਹਿੰਦੇ ਸੀ ਵਾਧੂ ਲੰਬੀ ਲੈ ਕੇ ਜਾਣਾ ਤੇ ਉਹ ਕਹਿੰਦੇ ਸੀ 6 ਇੰਚ ਦੀ ਲਓ। ਨਹੀਂ ਪੰਡਿਤ ਜੀ, there is no restrictions in the constitution. If the constitution says you can wear the kirpan, which is 7 inches long, and carry the kirpan, then it is understood that this kirpan would go into parliament. ਮਾਨ ਸਾਹਿਬ, 24 ਫਰਵਰੀ ਨੂੰ ਪੰਥਕ ਇਕੱਠ ਹੋਇਆ ਸੀਗਾ ਫਤਿਹਗੜ੍ਹ ਸਾਹਿਬ, ਤੁਸੀਂ ਐਡਰੈਸ ਕੀਤਾ ਸੀ, ਉਸ ਦਿਨ ਤੁਸੀਂ ਅੱਜ ਵੀ ਐਡਰੈਸ ਕੀਤਾ। ਦੋ ਮੁੱਦੇ ਵਿੱਚ ਹੋਏ ਸੀਗੇ, ਇੱਕ ਜਿਹੜੇ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਨੇ, ਉਹਨਾਂ ਦੀ ਜਿਹੜੀ ਡੈਥ ਹੋਈ ਹੈ ਉਹਦੀ ਜਾਂਚ ਦੀ ਤੁਸੀਂ ਗੱਲ ਕੀਤੀ ਸੀ। ਦੂਸਰਾ ਇਹ ਗੱਲ ਹੈ ਕਿ ਜਿਹੜੀ ਬਲੂ ਪ੍ਰਿੰਟ ਦੀ ਗੱਲ ਹੈ, ਕਿੰਨਾ ਵੱਡਾ ਪੰਥਕ ਇਕੱਠ ਹੋਇਆ ਤਾਂ ਇਹ ਮੰਨਿਆ ਜਾ ਰਿਹਾ ਕਿ ਬਲੂ ਪ੍ਰਿੰਟ ਨਹੀਂ ਉੱਥੋਂ ਦਿੱਤਾ ਗਿਆ ਸਟੇਜ ਤੋਂ ਕਿ ਅੱਗੋਂ ਅਗਵਾਈ ਕੀ ਹੋਵੇ। ਤੇ ਹੁਣ ਜਿਹੜਾ ਤੁਸੀਂ ਅੱਗੋਂ ਇਕੱਠ ਕਰਨ ਜਾ ਰਹੇ ਹੋ ਉਹਦੇ ਵਿੱਚ ਕੌਮ ਨੂੰ ਕੋਈ ਬਲੂ ਪ੍ਰਿੰਟ ਉਸ ਚੀਜ਼ ਦਾ ਦੇ ਰਹੇ ਹੋ? ਦੂਸਰਾ, ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਤੁਹਾਡੀ ਕੋਈ ਐਸੋਸੀਏਸ਼ਨ ਹੈ ਜਾਂ ਉਹ ਸੈਪਰੇਟ ਤੌਰ ਤੇ ਆਪਣਾ ਕੰਮ? ਜੇ ਤੁਸੀਂ ਉੱਥੇ ਸੁਣਦੇ ਹੋਵੋਗੇ, ਮੈਂ ਆਪਣੀ ਸਪੀਚ ਨੂੰ ਕਿਹਾ ਕਿ ਸਿੱਧੂ ਸਾਹਿਬ ਦੇ ਪਰਿਵਾਰ ਨੂੰ ਤੇ ਇਹਨਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਬਿਲਕੁਲ ਸਤਿਕਾਰ ਨਾਲ ਲੈ ਕੇ ਚੱਲਾਂਗੇ ਤੇ
ਜੇ ਤੁਸੀਂ ਇਸ ਨੂੰ ਸੁਣ ਲੈਂਦੇ ਇਹ ਸਵਾਲ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸੀ। ਨਹੀਂ ਬਲੂਪ੍ਰਿੰਟ ਤਾਂ ਆਇਆ ਨਹੀਂ ਨਾ ਜੀ। ਬਲੂਪ੍ਰਿੰਟ ਕੀ ਹੈ ਜੀ? ਜੇ ਉੱਥੇ ਇਕੱਠ ਹੋਇਆ ਲੋਕਾਂ ਦਾ ਰੋਸ ਤਾਂ ਸੀਗਾ, ਤਾਂ ਕੋਈ ਬਲੂਪ੍ਰਿੰਟ ਉਹਨਾਂ ਨੂੰ ਮਿਲਿਆ ਨਹੀਂ। ਮਾਨ ਸਾਹਿਬ ਕਿਉਂ ਨਹੀਂ ਮਿਲਿਆ? ਬਿਲਕੁਲ ਮਿਲ ਗਿਆ। ਯੂਨਿਟੀ ਹੋ ਗਈ ਸਾਰਿਆਂ ਦੀ। ਜਿਹੜੇ ਆਜ਼ਾਦੀ ਦੇ ਵਿੱਚ ਨਹੀਂ ਮੰਨਦੇ, ਬਾਦਲ ਕੇ, कैप्टन के, ढींसे के, आम आदमी पार्टी के, SGPC के, दमदमी टकसाल के, उत्थे आए नहीं। तो मेरा मतलब है मेजॉरिटी सिखा ने कहता कि असी जिहड़ी सोच संत जरनैल सिंह भिंडरां वालियां दी सी, सिद्धू साहब दी सी आज़ादी दी, असी उहदे ते ਚੱਲਣ ਨੂੰ ਤਿਆਰ ਹਾਂ। ਬਸ ਸਰ ਜਿਵੇਂ ਤੁਸੀਂ ਉਹਨੇ ਕਿਹਾ ਕਿ ਇਟ ਇਜ਼ ਰਿਟਨ ਇਨ ਦੀ ਇਨ ਆਵਰ ਕਨਸਟੀਟਿਊਸ਼ਨ ਕਿ ਤੁਸੀਂ ਕਿਰਪਾਨ ਕੈਰੀ ਕਰ ਸਕਦੇ ਹੋ। ਹਾਂਜੀ। ਅੱਜ ਕੱਲ੍ਹ ਅਸੀਂ ਵੇਖਦੇ ਹੈਗੇ ਤੁਹਾਨੂੰ ਤਾਂ ਕਿਰਪਾਨ ਲੈ ਕੇ ਰੋਕਿਆ ਸੀਗਾ, ਪਰ ਜਿਹੜੇ ਅੱਜ ਕੱਲ੍ਹ ਬੱਚੇ ਹੈਗੇ ਉਹਨਾਂ ਨੂੰ ਕਿਸੇ ਨੂੰ ਐਗਜ਼ਾਮ ਦੇ ਵਿੱਚ ਕੜਾ ਨਹੀਂ ਪਾਉਣ ਦਿੱਤਾ ਜਾਂਦਾ ਹੈਗਾ, ਕਿਸੇ ਨੂੰ ਜਿਹੜੀ ਅਸੀਂ ਕੈਰੀ ਕਰਦੇ ਹਾਂ ਕਿਰਪਾਨ ਨਹੀਂ ਪਾ ਦਿੱਤੀ ਜਾਂਦੀ। ਤੇ ਇਹਦੇ ਵਿੱਚ ਤੁਸੀਂ ਕੀ ਕਨਸਟੀਟਿਊਸ਼ਨਲੀ ਤੁਸੀਂ ਕਹਿੰਦੇ ਹੋ ਕਿ ਇਹ ਜਾਇਜ਼ ਹੈਗਾ? ਅਸੀਂ ਵੇਖਿਆ ਇਹ ਲਿਖਿਆ ਵੀ ਹੈਗਾ, ਤੇ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਇਹ ਮਾਮਲਾ ਗਿਆ ਤੇ ਉਹਨਾਂ ਨੇ ਜੱਜਸ ਦਾ ਕੀ ਰੁਖ ਸੀਗਾ? मेरा कहने का मतलब है कि ये मेजॉरिटेरियनिज्म हिंदुत्व हिंदू राष्ट्र एडा तकड़ा हो गया है कि अपनी बीबी नूं करनाटक दे विच एक बच्ची नूं अपना इत्थे पटका नहीं पहनन दिता, ते मुसलमान बीबियां नूं हजाब नहीं पहनन दिता। सिख ते मुसलमान नूं एक समझते है। ते होर तुसीं मैनूं पुछो कि जदों असीं कहता है कि जे असी हिंदुत्व ਨੂੰ नहीं सिखाते फिर साडा हक होना चाहिए डेमोक्रेटिकली कि असी अलहदा हो जाइए। ਨਹੀਂ ਸਰ ਇਹ ਤਾਂ ਚਲੋ ਠੀਕ ਹੈ, ਇਹ ਵੀ ਤੁਹਾਡੀ ਗੱਲ ਠੀਕ ਹੈਗੀ, ਜਾਇਜ਼ ਹੈ, ਤੁਸੀਂ ਇਹ ਮੰਨਦੇ ਹੋ। ਪਰ ਤੁਸੀਂ ਇਹਦੇ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਵੀ ਇਸ ਤਰੀਕੇ ਨਾਲ ਸਿੱਖਾਂ ਦੇ ਨਾਲ ਹੋ ਰਿਹਾ ਹੈਗਾ, ਨਹੀਂ ਹੋਣਾ ਚਾਹੀਦਾ, ਜਦੋਂ ਕਿ ਕਨਸਟੀਟਿਊਸ਼ਨ ਦੇ ਵਿੱਚ ਹੀ ਲਿਖਿਆ ਹੋਇਆ। ਜਦੋਂ ਸਿੱਖਾਂ ਦਾ ਜੱਜ ਹੀ ਕਿਤੇ ਹੈ ਨਹੀਂਗਾ ਸੁਪਰੀਮ ਕੋਰਟ ਹਾਈ ਕੋਰਟਾਂ 'ਚ, ਹੈ ਨਾ, ਤੇ ਜਿਹੜਾ ਸੁਪਰੀਮ ਕੋਰਟ ਨੇ ਸਭ ਤੋਂ ਵੱਡੇ ਡਰੱਗ ਲਾਰਡ ਜਿਹੜਾ ਚਿੱਟਾ, ਸਮੈਕ, ਹੈਰੋਇਨ ਇਹ ਸਾਰੇ ਪਿੰਡਾਂ ਦੇ ਵਿੱਚ ਫੈਲਾਉਂਦਾ ਸੀ, ਉਸ ਨੂੰ ਤਾਂ ਜ਼ਮਾਨਤ ਦੇਤੀ ਹੈ। ਤੇ ਜਿਹੜਾ MLA ਬਲਾਤਕਾਰ ਤੇ ਜਬਰ ਜਨਾਹ ਕਰਕੇ ਆਇਆ ਸੀ ਉਸ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਤੀ ਹੈ। ਤਾਂ ਫਿਰ ਅਸੀਂ ਕੀ ਇਤਬਾਰ ਰੱਖ ਸਕਦੇ ਹਾਂ ਇਹੋ ਜਿਹੀ ਜੁਡੀਸ਼ਰੀ ਦੇ ਉੱਤੇ ਕਿ ਉਹ ਸਿੱਖਾਂ ਦੇ ਨਾਲ ਇਨਸਾਫ ਕਰੂਗੀ? ਬਰਗਾੜੀ ਵੀ ਬਰਗਾੜੀ ਦਾ ਜੱਜਾਂ ਨੇ ਬਰਗਾੜੀ ਵੀ ਜਿਹੜੀ ਤਫਤੀਸ਼ ਸੀ ਉਹ ਵੀ ਰੋਕਤੀ ਹੈ। ਬਜਾਜ ਸਾਹਿਬ ਨੇ, शेखवत साहब ने, सागवान साहब ने। हुण जिन्ना चिर मेरा मतलब ये तो अनसमझ वाला बंदा ਐਵੇਂ पत्थरां नाल मत्था मारू जे इन्ना हाई कोर्टां ते सुप्रीम कोर्टां कोले जाऊगा।